ਤੇ ਸਾਡਾ ਕੰਮ ਅੱਲਾ ਔਰ ਅੱਲਾ ਦੇ ਰਸੂਲ ਦੀ ਜ਼ਾਤ ਨੂੰ ਮਨਵਾਣਾ, ਆਪਣਾ ਆਪ ਮਨਵਾਣਾ ਨਹੀਂ। ਆਪਣਾ ਆਪ ਮਨਾ ਕੇ ਕੀ ਕਰਨਾ? ਆਪਣਾ ਹੈ ਕੀ? ਆਪਣਾ ਤਾਂ ਹੈ ਵੀ ਕੁਝ ਨਹੀਂ। ਬਲਕਿ ਮੈਨੂੰ ਇੱਕ ਗੱਲ ਬੜੀ ਪਿਆਰੀ ਲੱਗਦੀ ਏ ਕਿ ਬੰਦੇ 'ਚ ਜੋ ਚੰਗਾ ਹੈ ਉਹ ਅੱਲਾ ਦਾ ਕਰਮ ਹੈ, ਤੇ ਜੋ ਗੰਦਾ ਹੈ ਉਹ ਉਹਦਾ ਆਪਣਾ। ਅਗਰ ਤੁਹਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਜਾਂ ਕੋਈ ਅੱਛਾਈ ਜ਼ਾਹਿਰ ਹੋ ਜਾਵੇ ਤੇ ਅੱਲਾ ਤਾਲਾ ਦਾ ਕਰਮ ਹੈ। ਇਹਦੇ ਵਿੱਚ ਤੁਹਾਡੀ ਕੋਈ ਨਹੀਂ ਕਮਾਲ ਕਿ ਤੁਸੀਂ ਕੋਈ ਸਮਝੋ ਕਿ ਮੈਂ ਕੋਈ ਬੜੀ ਤੋਪ ਮਾਰ ਲਈਏ। ਤੇ ਜੋ ਕੰਮ ਅੱਲਾ ਪਾਕ ਤੁਹਾਡੇ ਕੋਲੋਂ ਜਿਹੜੀ ਕੋਈ ਗਲਤੀ ਕੁਤਾਹੀ ਹੋ ਜਾਂਦੀ ਹੈ ਉਹ ਅਸੀਂ ਆਪਣੇ ਆਪ ਦੇ ਆਪ ਜ਼ਿੰਮੇਦਾਰ ਹਾਂ, ਉਹ ਸਾਡੀ ਵਜ੍ਹਾ ਤੋਂ ਹੈ। ਤੇ ਮੈਂ ਚਾਹਨਾ ਕਿ ਮੇਰੇ ਪੀਰ ਭਾਈਓ ਆਪਾਂ ਸਰਕਾਰ ਲੈ ਇਸਲਾਮ ਦੀ ਤਾਲੀਮਾਤ ਤੇ ਚਲੀਏ। ਇਹ ਹੁਣ ਗੱਲ ਇੱਕ ਮੈਨੂੰ ਫਿਰ ਖੈਰ ਮੈਂ ਅਕਸਰ ਲੇਕਿਨ ਕਰਨੀ ਵੀ ਹੱਕ ਬਣਦਾ। ਇਹ ਵਾਕਈ ਇਹ ਚੀਜ਼ ਜਿਹੜੀ ਅਸੀਂ ਮਹਿਸੂਸ ਕਰਨੇ ਹੈ ਨਾ, ਸਾਡੇ ਕਿਸਾਨ ਜ਼ਿਮੀਦਾਰ ਜਿਹੜੇ ਹਜ਼ਰਾਤ ਹਨ ਉਹਨਾਂ ਤੇ ਅਕਸਰ ਤਕਲੀਫ ਆਈ ਰਹਿੰਦੀ ਹੈ। ਉਹ ਤਕਲੀਫ ਦੀ ਵਜ੍ਹਾ ਇਹ ਹੀ ਹੈ ਕਿ ਅਸੀਂ ਜਦੋਂ ਅੱਲਾ ਕਰੀਮ ਦੇ ਹੁਕਮ ਤੇ ਨਹੀਂ ਨਾ ਚੱਲਦੇ। ਇਹ ਤੁਸੀਂ ਅਜ਼ਮਾ ਕੇ ਵੇਖ ਲਓ ਕਿ ਜਦੋਂ ਤੁਸੀਂ ਉਸ਼ਰ ਆਪਣੀ ਫਸਲ ਦਾ ਦਿਓਗੇ, ਆਪਣੇ ਮਾਲ ਦੀ ਜ਼ਕਾਤ ਦਿਓਗੇ, ਤੇ ਤੁਹਾਡੇ ਮਾਲ ਤੇ ਤੁਹਾਡੇ ਰਿਜ਼ਕ ਦੀ ਹਿਫਾਜ਼ਤ ਅੱਲਾ ਕਰੀਮ ਦੇ ਜ਼ਿੰਮੇ ਹੈ। ਫਿਰ ਤੁਹਾਨੂੰ ਕੋਈ ਚੀਜ਼ ਨੁਕਸਾਨ ਨਹੀਂ ਪਹੁੰਚਾ ਸਕਦੀ। ਲੇਕਿਨ ਅਸੀਂ ਜਦੋਂ ਅੱਲਾ ਤਾਲਾ ਦੇ ਹੁਕਮ ਤੇ ਅਮਲ ਨਹੀਂ ਕਰਦੇ ਉਦੋਂ ਤੱਕ ਸਾਡੇ ਮਾਮਲਾਤ ਠੀਕ ਨਹੀਂ ਹੁੰਦੇ। ਇਹ ਹੁਣ ਵੇਖੋ ਨਾ, ਨਵੀਂ ਰਿਸਰਚ ਆ ਰਹੀ ਏ, ਨਵੀਂ ਤੋਂ ਨਵੀਂ ਰਿਸਰਚ ਆ ਰਹੀ ਏ ਜਿੰਦੇ ਵਿੱਚ ਦੱਸਦੇ ਪੈਣ ਡਾਕਟਰ ਤੇ ਤਹਿਕੀਕ ਕਰਨ ਵਾਲੇ ਕਿ ਜਨਾਬ ਰੋਜ਼ਾ ਰੱਖਣ ਦੇ ਇਹ ਫਵਾਇਦ ਹਨ, ਮੈਡੀਕਲ ਨਮਾਜ਼ ਪੜ੍ਹਨ ਦੇ ਇਹ ਫਵਾਇਦ ਹਨ। ਇਹ ਤੁਸੀਂ ਵੇਖਿਆ ਹੋ ਸੀ ਕਿ ਜਿਹੜੇ ਬਾਬੇ ਆਪਣੀ ਜ਼ਿੰਦਗੀ ਸੁन्नत ਪਾਕ ਦੇ ਮੁਤਾਬਿਕ ਗੁਜ਼ਾਰਦੇ ਹਨ ਤੇ ਸੋਮੋ ਸਲਾਤ ਦੇ ਪਾਬੰਦ ਹਨ, ਨਮਾਜ਼ ਰੋਜ਼ੇ ਦੇ ਪਾਬੰਦ ਹਨ, ਉਹ ਬੜੀਆਂ ਲੰਮੀਆਂ ਉਮਰਾਂ ਸਿਹਤਮੰਦੀ ਵਾਲੀਆਂ ਗੁਜ਼ਾਰਦੇ ਹਨ। ਤੇ ਜਿਹੜੇ ਇਹ ਇਸ ਤੋਂ ਹਟ ਕੇ ਜ਼ਿੰਦਗੀ ਗੁਜ਼ਾਰਦੇ ਹਨ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਔਰ ਬਿਮਾਰੀਆਂ ਲੱਗ ਜਾਂਦੀਆਂ ਨੇ, ਬੰਦਾ ਬਿਮਾਰੀਆਂ ਲੱਗ ਜਾਵਣ ਤੇ ਫਿਰ ਬਿਮਾਰੀ ਤਾਂ ਬਿਮਾਰੀ ਹੈ, ਉਹ ਬੰਦੇ ਨੂੰ ਖਾ ਜਾਂਦੀ ਹੈ। ਤੇ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ ਹੈ, ਲੇਕਿਨ ਕਾਮਯਾਬੀ ਸਿਰਫ ਅੱਲਾ ਔਰ ਅੱਲਾ ਦੇ ਰਸੂਲ ਦੇ ਹੁਕਮ ਦੇ ਵਿੱਚ ਹੈ, ਅਮਲ ਕਰਨੇ 'ਚ ਹੈ। ਤੇ ਅੱਜ ਕਿਉਂਕਿ ਖਤਮ ਸ਼ਰੀਫ ਵੀ ਆਪਾਂ ਗੁਜ਼ਾਰਿਸ਼ ਹੈ ਕਿ ਤੁਸੀਂ ਸਾਰੇ ਅਹਿਬਾਬ ਇੱਕ ਵਾਰੀ ਸੂਰਤ ਫਾਤਿਹਾ ਸ਼ਰੀਫ, ਸੂਰਤ ਇਖਲਾਸ 3 ਦਫਾ, ਬਾਕੀ ਜੋ ਕਿਸੇ ਨੇ ਪੜ੍ਹਿਆ ਹੋਵੇ ਉਹ ਮਿਹਰਬਾਨੀ ਫਰਮਾਵੇ ਹੈ। ਜੁਮਾ ਸ਼ਰੀਫ ਤੋਂ ਫੌਰਨ ਬਾਅਦ ਖਤਮ ਸ਼ਰੀਫ ਪੜ੍ਹ ਕੇ ਦੁਆ ਵੀ ਹੋ ਸੀ। ਸਾਡੀ ਦਾਦੀ, ਛੋਟੀ ਦਾਦੀ ਮੇਰੇ ਵਾਲਿਦ ਗਰਾਮੀ ਦੀ ਚਚੀ ਜਾਨ, ਉਹਨਾਂ ਦਾ ਇੰਤਕਾਲ ਹੋ ਗਿਆ ਤੇ ਉਹਨਾਂ ਦੀ ਬਾਰਗਾਹ 'ਚ ਪੇਸ਼ ਕਰਸਾਂ ਹੈ। ਕੱਲ ਉਹਨਾਂ ਦਾ ਜਨਾਜ਼ਾ ਹੈ ਤੇ ਅੱਲਾਹ ਤਾਲਾ ਤੁਹਾਡੇ ਤੇ ਆਪਣਾ ਕਰਮ ਫਰਮਾਏ। ਤੇ ਮੇਰੇ ਪੀਰ ਭਾਈਓ, ਇਹ ਜਿਹੜੇ ਤੁਸੀਂ ਜੁਮੇ ਦੀ ਮਹਿਫਲ 'ਚ ਆ ਜਾਂਦੇ ਹੋ ਨਾ, ਤੁਹਾਨੂੰ ਕੋਈ ਸ਼ੈਤਾਨ ਦੇ ਚੇਲੇ ਆਖਦੇ ਹੋ ਸਨ ਕਿ ਉਹ ਪੀਰਾਂ ਕੋਲ ਕੀ ਲਵਣ ਜਾਂਦੇ ਨੇ, ਤੇ ਉਹਨਾਂ ਨੂੰ ਦੱਸਿਆ ਕਰੋ ਕਿ ਅਸੀਂ ਉਹਨਾਂ ਪੀਰਾਂ ਕੋਲ ਜਾਂਦੇ ਹਾਂ ਜਿਹੜੇ ਸਾਨੂੰ ਅੱਲਾ ਔਰ ਅੱਲਾ ਦੇ ਰਸੂਲ ਦੇ ਕਰੀਬ ਕਰ ਦੇਣ, ਸਾਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਗੁਲਾਮ ਬਣਾ ਦੇਣ, ਸਾਨੂੰ ਹਰਾਮ ਔਰ ਹਲਾਲ ਦੀ ਤਮੀਜ਼ ਦੇ ਦੇਣ, ਸਾਨੂੰ ਅੱਲਾ ਦੇ ਨੇਕ ਬੰਦੇ ਬਣਨ ਦਾ ਤਰੀਕਾ ਔਰ ਰਸਤਾ ਦੱਸ ਦੇਣ। ਇੱਕ ਅਕਸਰ ਲੋਕੀ ਗੱਲ ਕਰਦੇ ਹੋ ਸਨ ਨਾ ਕਿ ਪੀਰਾਂ ਕੋਲ ਕੀ ਲਵਣ ਜਾਂਦੇ। ਬਾਕੀ ਇਹ ਕੋਈ ਮਸਲਾ ਨਹੀਂ ਕਿ ਤੁਸੀਂ ਜਨਾਬ ਇਹ ਸਮਝੋ ਕਿ ਇਹ ਦੁਨੀਆ ਅਕਸਰ ਲੋਕ ਹੁੰਦੇ ਨੇ, ਕੋਈ ਨੌਜਵਾਨ ਜਨਾਬ ਨਮਾਜ਼ ਪੜ੍ਹਨਾ ਸ਼ੁਰੂ ਕਰ ਦੇਵੇ ਤੇ ਉਹਨੂੰ ਆਂਦੇ ਨੇ ਤੂੰ ਬੜਾ ਹਾਜੀ ਹੋ ਗਿਆ।
ਤੇ ਉਹ ਸ਼ੈਤਾਨ ਦੇ ਨੁਮਾਇੰਦੇ ਹੁੰਦੇ ਨੇ ਸਾਡੇ ਇਰਦ ਗਿਰਦ, ਜਿਹੜਾ ਤੁਹਾਡੇ ਨੇਕ ਅਮਲ ਦਾ ਮਜ਼ਾਕ ਉਡਾਵੇ ਔਰ ਤੁਹਾਨੂੰ ਉਸ ਤੋਂ ਰੋਕੇ। ਉਹਨੂੰ ਸਮਝੋ ਕਿ ਉਹਦੇ ਵਿੱਚ ਸ਼ੈਤਾਨ ਆਇਆ ਹੋਇਆ ਹੈ ਔਰ ਉਹ ਤੁਹਾਨੂੰ ਰੋਕ ਰਿਹਾ ਹੈ। ਬਾਕੀ ਮੇਰੇ ਪੀਰ ਭਾਈਓ, ਇਹ ਡਿਊਟੀ ਮੇਰੇ ਪੀਰ ਨੇ ਮੇਰੀ ਲਾਈ ਹੈ ਖਾਜਾ ਸਾਹਿਬ ਦੇ ਸਦਕੇ। ਬਸ ਇਹ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰੀਂਦੀਆਂ ਇਸ ਵਾਸਤੇ ਕਰੀਂਦੀਆਂ ਕਿ ਅੱਲਾ ਕਰੇ ਤੁਹਾਨੂੰ ਅੱਲਾ ਤਾਲਾ ਤੁਹਾਡੇ ਕੋਲੋਂ ਐਸੇ ਕੰਮ ਹੋਵਣ ਜਿਸ ਦੇ ਨਾਲ ਅੱਲਾ ਤਾਲਾ ਤੁਹਾਨੂੰ ਪਸੰਦ ਕਰ ਲਵੇ। ਤੁਹਾਡੇ ਸਦਕੇ ਸਾਡੇ ਤੇ ਵੀ ਕਰਮ ਕਰ ਦੇਵੇ ਅੱਲਾ ਪਾਕ। और मेरे पीर भाइयों, अपनी जेब विच ना एक तस्बीह जरूर रखा करो। तस्बीह इस वास्ते कि तस्बीह मैं कई दफा आख्या है कि इस वास्ते नहीं होंदी कि तुसी को गिन के अल्लाह पाक नू दसना है कि या अल्लाह असी तेरा इतनी वारी ना लिया या जिक्र कीता है। तस्बीह इस वास्ते रखो कि तुसी या तस्बीह नू वेखो तो या तुसी अपनी जेब विच महसूस करो तो फौरन तुहानू याद आ जावे कि मैं दरूद पाक पढ़ना है, मैं कोई तस्बीह पढ़नी है, मैं अल्लाह करीम दा जिक्र करना है, मैं नबी करीम सल्लल्लाहु अलैहि वसल्लम ते दरूदो सलाम पढ़ना है। और नमाज़े पंजगाना दे बारे में बार बार गुजारिश करना कि नमाज़े पंजगाना ਦੀ ਆਦਤ ਔਰ ਮਾਮੂਲ ਉਦੋਂ ਹੀ ਬਣਦਾ ਹੈ ਜਦੋਂ ਬਾਵਜ਼ੂ ਰਹਿੰਦੇ ਹੋ। ਤੁਸੀਂ ਆਦਤ ਆਪਣੀ ਬਣਾ ਲੈਂਦੇ ਹੋ ਨਾ, ਵਜ਼ੂ ਬਰਕਰਾਰ ਤੁਹਾਡਾ ਰਵੇ, ਤੇ ਫਿਰ ਤੁਹਾਨੂੰ ਨਮਾਜ਼ ਪੜ੍ਹਨੇ 'ਚ ਰੁਕਾਵਟ ਨਹੀਂ ਹੁੰਦੀ। ਜਿਸ ਤਰ੍ਹਾਂ ਨਮਾਜ਼ ਹੁਣ ਮੇਰੇ ਪੀਰ ਭਾਈਓ, ਇੱਕ ਬੇਲੀ ਬਾਵਜ਼ੂ ਹੈ ਇੱਕ ਬੰਦਾ, ਉਹਦੇ ਵਾਸਤੇ ਕੋਈ ਰੁਕਾਵਟ ਨਹੀਂ। ਆਦਤ ਆਪਣੀ ਬਣਾਓ कि बावजू रहो हमेशा। और बावजू बंदा हुण तां माशाअल्लाह गर्मी दा मौसम शुरू हो गया ते इस मौसम दे विच अक्सर आदत है कि जिस वेले गर्मी दी शिद्दत महसूस होंदी है ते थोड़ी थोड़ी देर बाद लोग अपने हथ पसीना आ जावे, हथ